ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂ ਰੂਬੀ ਅੱਜ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਆਈ ਹਾਂ ਅਤੇ ਕਹਾਣੀ ਦਾ ਨਾਂ ਹੈ ਪਾਕਿਸਤਾਨ ਹਮਾਰਾ ਹੈ ਅਤੇ ਇਸ ਦੇ ਲੇਖਕ ਹਨ ਕਰਤਾਰ ਸਿੰਘ ਦੁੱਗਲ। ਕਹਾਣੀ ਇਸ ਤਰ੍ਹਾਂ ਹੈ। ਪਹਿਲਾਂ ਉਸ ਦਾ ਨਾਮ ਰੱਖੀ ਸੀ, ਹੁਣ ਉਸ ਦਾ ਨਾਂ ਅੱਲਾ ਰੱਖੀ ਰੱਖ ਦਿੱਤਾ ਗਿਆ। ਉਂਝ ਉਸ ਨੂੰ ਅੱਗੇ ਵੀ ਲੋਕ ਰੱਖੀ ਸੱਦਦੇ ਸਨ, ਹੁਣ ਵੀ ਲੋਕ ਰੱਖੀ ਸੱਦਦੇ ਨੇ। ਉਸ ਰਾਤ ਜਦੋਂ ਢੋਲ ਵੱਜੇ, ਜਦੋਂ ਨੇਜ਼ੇ ਲਿਸ਼ਕੇ, ਜਦੋਂ ਤਾਰੇ ਟੁੱਟੇ, ਜਦੋਂ ਭੁਚਾਲ ਆਇਆ, ਰੱਖੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉੱਠੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉਸ ਗਠਿਆਲੀ ਟੱਪੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਪੈਲੀਆਂ ਵਿੱਚੋਂ ਗੁਜ਼ਰੀ, ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਬੇਸੁੱਧ ਇੱਕ ਦਰੁਗ ਵਿੱਚ ਜਾ ਪਈ ਅਤੇ 3 ਪੂਰੀਆਂ ਰਾਤਾਂ 3 ਪੂਰੇ ਦਿਨ ਉੱਥੇ ਉਹ ਡੁਬਕੀ ਰਹੀ। ਉਹਦੇ ਹੇਠੋਂ ਲਹੂ ਦੀ ਨਿੱਚੜਦੀ ਲਕੀਰ ਲੰਘ ਗਈ। ਉਹਦੇ ਉੱਤੋਂ ਦੁਨਾਲੀਆਂ ਦੀਆਂ ਗੋਲੀਆਂ ਗੁਜ਼ਰਦੀਆਂ ਰਹੀਆਂ। ਉਹਦੇ ਕੰਨਾਂ ਵਿੱਚ ਕਈ ਜਾਣੀਆਂ, ਕਈ ਪਛਾਣੀਆਂ, ਕਈ ਇਹੋ ਜਿਹੀਆਂ ਚੀਖਾਂ ਵੀ ਸੁਣਾਈ ਦਿੱਤੀਆਂ ਜਿਨ੍ਹਾਂ ਨਾਲ ਉਸ ਦੀ ਦੁੱਧ ਦੀ ਸਾਂਝ ਸੀ। ਅਤੇ ਫਿਰ ਘੋੜਿਆਂ ਦੀਆਂ ਟਾਪਾਂ, ਫਿਰ ਲਾਰੀਆਂ, ਮੋਟਰਾਂ, ਟਰੱਕਾਂ ਦੀ ਗੁੰਜਾਰ ਉਸ ਨੂੰ ਸੁਣਾਈ ਦਿੱਤੀ। ਅਗਲੀ ਸਵੇਰ ਸਾਰੀ ਦੀ ਸਾਰੀ ਵਾਦੀ ਇੰਝ ਸੀ ਜਿਵੇਂ ਕਦੇ ਹੁੰਦੀ ਸੀ। ਬਲਦਾਂ ਦੇ ਗਲ ਪਈਆਂ ਟੱਲੀਆਂ ਸਹਿਜੇ ਸਹਿਜੇ ਟੁਣਕਣ ਲੱਗ ਪਈਆਂ। ਇੱਜੜਾਂ ਦੇ ਵਗਾਂ ਦੇ ਵਗ ਨਿਕਲਣ ਲੱਗ ਪਏ, ਜਿਵੇਂ ਹਮੇਸ਼ਾ ਹਰ ਪਿੰਡ ਵਿੱਚ ਹੁੰਦਾ ਹੈ। ਖੂਹਾਂ ਦੀ ਮਧੁਰ ਰੀਂ ਰੀਂ ਠਕ ਠਕ ਚਵਾਂ ਪਾਸੇ ਗੂੰਜਣੀ ਸ਼ੁਰੂ ਹੋ ਗਈ। ਭੀੜਾਂ ਦੀਆਂ ਭੀੜਾਂ ਪੰਛੀਆਂ ਦੇ ਡਾਰ ਅਸਮਾਨਾਂ ਵਿੱਚ ਆ ਗਏ। ਦੁੱਧਾਂ ਵਿੱਚ ਮਧਾਣੀਆਂ ਛੁਲਕੀਆਂ, ਵਿਹੜਿਆਂ ਵਿੱਚ ਧੂੰਏਂ ਉੱਠੇ ਅਤੇ ਮਸੀਤ 'ਚੋਂ ਬਾਂਗ ਦੀ ਆਵਾਜ਼ ਆਈ। ਰਾਮ ਰੱਖੀ ਕਿੰਨਾ ਚਿਰ ਉਡੀਕਦੀ ਰਹੀ। ਨਾ ਮੰਦਰ ਵਿੱਚ ਅਜੇ ਟਣ ਹੋਈ, ਨਾ ਗੁਰਦੁਆਰੇ ਵਿੱਚੋਂ ਸੰਖ ਦੀ ਆਵਾਜ਼ ਉਹਦੇ ਕੰਨੀ ਪਈ। ਅਤੇ ਜਦੋਂ ਪੀਲੀਆਂ ਪੀਲੀਆਂ ਧੁੱਪਾਂ ਨਿਕਲੀਆਂ, ਰਾਮ ਰੱਖੀ ਉੱਠ ਕੇ ਪਿਛੋਕੜ ਆਪਣੇ ਗੁਆਂਢੀਆਂ ਦੇ ਵਿਹੜੇ ਜਾ ਵੜੀ। ਹੱਸਦੇ ਖੇਡਦੇ ਖਾਂਦੇ ਸਾਰੇ ਦੇ ਸਾਰੇ ਉਹਨੂੰ ਵੇਖ ਹੱਕੇ ਬੱਕੇ ਰਹਿ ਗਏ। ਔਰਤਾਂ ਨੇ ਸੋਚਿਆ ਜਿਵੇਂ ਖੂਨ ਦੀ ਨਦੀ ਵਿੱਚੋਂ ਰੱਖੀ ਉਮਲ ਆਈ ਹੈ, ਅਤੇ ਮਰਦਾਂ ਜਾਣਿਆ ਜਿਵੇਂ ਉਹਨਾਂ ਕੋਲ ਕੋਈ ਚਾਲ ਚਲੀ ਗਈ ਹੋਵੇ। ਜਵਾਨ ਜਹਾਨ ਸ਼ੇਰਬਾਜ਼ ਦਾ ਮੂੰਹ ਭਖਣ ਲੱਗ ਪਿਆ। ਉਹਦੀਆਂ ਅੱਖਾਂ ਵਿੱਚ ਫਿਰ ਇੱਕ ਵਾਰ ਵਹਿਸ਼ਤ ਆਈ। ਮਸਾਂ ਮਸਾਂ ਢਿਲਕੀਆਂ ਉਹਦੀਆਂ ਰਗਾਂ ਫਿਰ ਤਣ ਗਈਆਂ ਅਤੇ ਮੰਜੀ ਹੇਠੋਂ ਲਿਸ਼ਕਦੀ ਛਵੀ ਛਿੱਕ ਕੇ ਉਹ ਡਾਢੇ ਗਜ਼ਬ ਵਿੱਚ ਉੱਠਿਆ। ਇਸ ਛਵੀ ਨੇ ਕਈ ਧੜ ਚੀਰੇ ਸਨ, ਕਈ ਖੋਪਰੀਆਂ ਮਿੱਧੀਆਂ ਸਨ, ਕਈ ਗਰਦਨਾਂ ਲਾਹੀਆਂ ਸਨ, ਪਰ ਕੋਈ 2 ਕਦਮ ਰੱਖੀ ਤੋਂ ਦੂਰ ਉਹਦੀ ਛਵੀ ਜਿਵੇਂ ਉਗਰੀ ਦੀ ਉਗਰੀ ਰਹਿ ਗਈ। ਰੱਖੀ ਅਤੇ ਉਹਦੇ ਵਿਚਕਾਰ ਉਹਦੀ ਮਾਂ ਸੀ, ਉਹਦਾ ਪਿਓ ਸੀ, ਉਹਦੀ ਭੈਣ ਸੀ। ਪਤਾ ਨਹੀਂ ਕਿਸ ਤਰ੍ਹਾਂ ਅੱਖ ਦੀ ਫੋਰ ਵਿੱਚ ਉਹ ਨੱਠ ਕੇ ਰੱਖੀ ਉੱਤੇ ਆ ਪਏ ਅਤੇ ਉਹਨੂੰ ਜ਼ਰਬ ਆਉਣ ਨਾ ਦਿੱਤੀ। ਉਹ ਘੜੀ ਲੰਘ ਗਈ, ਪਰ ਉਸ ਤੋਂ ਬਾਅਦ ਹਮੇਸ਼ਾ ਸ਼ੇਰਬਾਜ਼ ਹੈਰਾਨ ਹੁੰਦਾ ਕਿਵੇਂ ਉਸ ਨੂੰ ਕਹਿਰ ਆ ਗਿਆ ਸੀ ਰੱਖੀ 'ਤੇ। ਉਹਦੀ ਅਸਪਾਤ ਦੀ ਛਵੀ ਉਸ ਨੂੰ ਹਮੇਸ਼ਾ ਸ਼ਰਮਿੰਦਿਆਂ ਕਰਦੀ ਅਤੇ ਉਹ ਡਾਢਾ ਕੱਚਾ ਹੁੰਦਾ। ਇੱਕ ਦਿਨ ਉਸ ਨੂੰ ਤੋੜ ਫੋੜ ਕੇ ਖੂਹ ਵਿੱਚ ਸੁੱਟ ਆਇਆ ਅਤੇ ਧਰੇਕ ਹੇਠ ਜਿੱਥੇ ਸ਼ੇਰਬਾਜ਼ ਉਸ ਨੂੰ ਵੱਢਣ ਲਈ ਟੁੱਟਿਆ ਸੀ, ਰੱਖੀ ਕਦੇ ਕਦੇ ਰੰਗਲਾ ਪੀੜਾ ਡਾਹ ਕੇ ਬਹਿੰਦੀ, ਜਿਸ ਪੀੜੇ ਨਾਲ ਘੁੰਗਰੂ ਲੱਗੇ ਹੋਏ ਸਨ, ਜਿਸ ਪੀੜੇ 'ਤੇ ਸ਼ੇਰਬਾਜ਼ ਦੀ ਮਾਂ ਬੈਠੀ ਜਦੋਂ ਉਹ ਵਿਆਹੀ ਹੋਈ ਆਈ ਸੀ, ਜਿਸ ਪੀੜੇ 'ਤੇ ਸ਼ੇਰਬਾਜ਼ ਦੀ ਦਾਦੀ ਬੈਠੀ ਜਦੋਂ ਉਹ ਵਿਆਹੀ ਆਈ ਸੀ। ਇੱਕ ਰੋਜ਼ ਸ਼ੇਰਬਾਜ਼ ਨੇ ਰੱਖੀ 'ਤੇ ਛਵੀ ਉਗਰੀ। ਅਗਲੇ ਰੋਜ਼ ਗਾਨਾ ਬੰਨ੍ਹ ਕੇ ਉਸ ਨੂੰ ਆਪਣੀ ਤਰੀਮਤ ਬਣਾ ਲਿਆ। ਰੱਖੀ 'ਤੇ ਉਸ ਨੂੰ ਹਮੇਸ਼ਾ ਚੰਗੀ ਲੱਗਦੀ ਸੀ। ਬਚਪਨ ਵਿੱਚ ਉਹ ਇਕੱਠੇ ਖੇਡਦੇ ਸਨ, ਇਕੱਠੇ ਘੁੰਮਦੇ, ਇਕੱਠੇ ਲੱਭਦੇ, ਇਕੱਠੇ ਹੱਸਦੇ, ਇਕੱਠੇ ਪੀਂਘਾਂ ਝੂਟਦੇ। ਅਤੇ ਫਿਰ ਜਦੋਂ ਉਹ ਵੱਡੀ ਹੋਈ, ਸ਼ੇਰਬਾਜ਼ ਨੇ ਹਲ ਵਾਹੁੰਦਿਆਂ ਕਈ ਟੱਪੇ ਉਸ ਦੀ ਯਾਦ ਵਿੱਚ ਗਾਏ ਸਨ।
ਕਈ ਵਾਰ ਉਸਦੇ ਸੁਪਨਿਆਂ ਵਿੱਚ ਰੱਖੀ ਮੁੜ ਮੁੜ ਆਇਆ ਕਰਦੀ ਸੀ ਅਤੇ ਜਦੋਂ ਹੋਰ ਵੱਡੀ ਹੋਈ ਸ਼ੇਰਬਾਜ਼ ਉਸ ਨੂੰ ਲੁਕ ਛਿਪ ਕੇ ਵੇਖਿਆ ਕਰਦਾ ਸੀ। ਭਾਵੇਂ ਰੱਖੀ ਨੂੰ ਪਤਾ ਸੀ, ਭਾਵੇਂ ਰੱਖੀ ਨੂੰ ਨਹੀਂ ਪਤਾ ਸੀ। ਸਵੇਰੇ ਸਰਗੀ ਵੇਲੇ ਉੱਠ ਕੇ ਰੱਖੀ ਦੁੱਧ ਚੋਂਦੀ, ਮੱਝੀਆਂ ਦਾ, ਗਾਈਆਂ ਦਾ, ਬੱਕਰੀਆਂ ਦਾ, ਫਿਰ ਦੁੱਧ ਰਿੜਕਦੀ, ਫਿਰ ਸਾਰੇ ਘਰ ਨੂੰ ਸਾਂਭਦੀ ਸਲੀਟਦੀ। ਲਿੰਬ ਪੋਚ ਕੇ ਉਸਨੇ ਸ਼ੇਰਬਾਜ਼ ਹੋਰਾਂ ਦੀ ਪੁਰਾਣੀ ਹਵੇਲੀ ਨੂੰ ਸ਼ੀਸ਼ੇ ਵਾਂਗ ਬਣਾ ਲਿਆ ਸੀ। ਸ਼ਾਮੀ ਹਰ ਡੰਗਰ ਲਈ ਆਪ ਗੁਤਾਵਾ ਕਰਦੀ, ਆਪਣੇ ਹੱਥੀਂ ਉਹਨਾਂ ਨੂੰ ਖੁਆਉਂਦੀ। ਮੱਝੀਆਂ ਦਾ ਦੁੱਧ ਸਵਾਇਆ ਹੋ ਗਿਆ। ਬਲਦ ਦੌੜ ਦੌੜ ਕੇ ਸ਼ੇਰਬਾਜ਼ ਵਰਗੇ ਹਾਲੀਆਂ ਨੂੰ ਥਕਾ ਛੱਡਦੇ। ਆਪਣੇ ਸੱਸ ਸਹੁਰੇ ਦੇ ਜਿਵੇਂ ਉਹ ਪੈਰ ਧੋ ਪੀਂਦੀ, ਕਦੀ ਉਹਨਾਂ ਨੂੰ ਪਲੰਘ ਤੋਂ ਨਾ ਲੈਣ ਦਿੰਦੀ। ਆਂਢਣਾ ਗੁਆਂਢਣਾ ਉਸ ਨੂੰ ਵੇਖ ਵੇਖ ਹੈਰਾਨ ਹੁੰਦੀਆਂ, ਮੂੰਹ ਵਿੱਚ ਉਂਗਲਾਂ ਪਾ ਟੁੱਕਦੀਆਂ। ਗਲੀ ਮੁਹੱਲੇ ਵਿੱਚ ਉਹਨੇ ਘਰ ਘਰ ਸਹੇਲੀਆਂ ਬਣਾ ਲਈਆਂ ਸਨ। ਤ੍ਰਿੰਜਣਾਂ ਵਿੱਚ ਉਹ ਸਭ ਨੂੰ ਪਛਾੜਦੀ, ਖਿਚਕਲੀ ਮਚਾਈ ਰੱਖਦੀ। ਸਾਡੇ ਪਿੰਡ ਵਿੱਚ ਕਿਸੇ ਨੂੰ ਸਵੈਟਰ ਦਾ ਨਵਾਂ ਨਮੂਨਾ ਸਿਖਾਉਣਾ ਹੁੰਦਾ, ਰੱਖੀ ਸਿਖਾਉਂਦੀ। ਕਿਸੇ ਨੂੰ ਅੱਖ ਵਿੱਚ ਚੁਟਕੀ ਪਾਉਣੀ ਹੁੰਦੀ, ਰੱਖੀ ਕੋਲ ਆਉਂਦਾ। ਕਿਸੇ ਨੂੰ ਕੋਈ ਭੇਦ ਦੱਸਣਾ ਹੁੰਦਾ, ਰੱਖੀ ਸਾਂਭਦੀ। ਰੱਖੀ ਜਿਵੇਂ ਪਤਾਸੇ ਵਾਂਗ ਘੁਲ ਮਿਲ ਗਈ। ਟਾਹਲੀਆਂ ਹੇਠ ਕਦੇ ਕਦੇ ਪੀਂਘ ਝੂਟਦੀ ਰੱਖੀ, ਜਦੋਂ ਦੂਰ ਤੱਕ ਹਰਿਆਵਲ ਅਤੇ ਹਰਿਆਵਲ ਦੇ ਪਿੱਛੇ ਆਪਣੇ ਪਿੰਡ ਦੀਆਂ ਮਧਰੀਆਂ ਪਹਾੜੀਆਂ ਵੇਖਦੀ ਉਹ ਹੈਰਾਨ ਹੁੰਦੀ, ਕਿੰਜ ਲੋਕ ਉੱਥੋਂ ਤੁਰ ਗਏ ਸਨ। ਆਪਣੇ ਢੰਨਾਂ ਦਾ ਮੋਤੀਆਂ ਵਰਗਾ ਪਾਣੀ ਤੱਕ ਕੇ ਉਹਦਾ ਜੀਅ ਕਹਿੰਦਾ ਬੰਦਾ ਇੱਥੇ ਹੀ ਮਰ ਜਾਏ। ਉਸ ਨੂੰ ਛੱਡ ਕੇ ਕੋਈ ਕਿਸ ਤਰ੍ਹਾਂ ਕਿਤੇ ਜਾ ਸਕਦਾ ਸੀ। ਉਹਨਾਂ ਸਿੱਟਿਆਂ ਨੂੰ ਜਿਨ੍ਹਾਂ ਦਾ ਬੀਜ ਉਹਦੇ ਪਿਓ ਭਰਾਵਾਂ ਨੇ ਪਾਇਆ, ਕਦੇ ਕਦੇ ਉਹ ਗੱਲ ਲਾ ਲੈਂਦੀ ਅਤੇ ਇਕਰਾਰ ਕਰਦੀ ਇਹਦੀ ਉਹਨਾਂ ਨੂੰ ਉਹ ਛੱਡ ਕੇ ਨਹੀਂ ਜਾਵੇਗੀ। ਉਹ ਹੈਰਾਨ ਸੀ ਉਹਨਾਂ ਗਲੀਆਂ ਨੂੰ ਕਿੰਜ ਕੋਈ ਛੱਡ ਸਕਦਾ ਹੈ ਜਿੱਥੇ ਕੋਈ ਖੇਡਿਆ ਹੋਵੇ। ਉਹਨਾਂ ਬੇਰੀਆਂ ਦੇ ਬੇਰ ਜਿਵੇਂ ਹਾਕਾ ਮਾਰ ਰਹੇ ਹੁੰਦੇ ਉਹਨਾਂ ਨੂੰ ਜਿਹੜੇ ਤੁਰ ਗਏ ਸਨ। ਉਹਨੂੰ ਇਸ ਤਰ੍ਹਾਂ ਕੁਝ ਮਹਿਸੂਸ ਹੁੰਦਾ। ਜਦੋਂ ਇੱਕ ਵਾਰ ਪਾਕਿਸਤਾਨ ਦਾ ਕੋਈ ਲੀਡਰ ਉਹਨਾਂ ਦੇ ਪਿੰਡ ਕੋਲੋਂ ਗੁਜ਼ਰਿਆ, ਰੱਖੀ ਸਾਰੀ ਸਵੇਰ ਸਿਹਰੇ ਪਰੋਂਦੀ ਰਹੀ। ਕੜਕਦੀ ਦੁਪਹਿਰ ਵਿੱਚ ਪਾਕਿਸਤਾਨ ਦਾ ਝੰਡਾ ਫੜ ਔਰਤਾਂ ਦਾ ਉਹਨੇ ਜਲੂਸ ਕੱਢਿਆ ਅਤੇ ਸੜਕ ਕੰਢੇ ਆਪਣੇ ਕੌਮੀ ਆਗੂ ਦੀ ਇੰਤਜ਼ਾਰ ਵਿੱਚ ਪਾਕਿਸਤਾਨ ਹਮਾਰਾ ਅਤੇ ਹੋਰ ਕਈ ਗੀਤ ਗਾਉਂਦੀ ਰਹੀ। ਜਦੋਂ ਲੀਡਰ ਦੀ ਮੋਟਰ ਗੁਜ਼ਰ ਰਹੀ ਸੀ, ਉਹਨੇ ਉੱਚੀ ਉੱਚੀ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਫੁੱਲਾਂ ਦੀ ਵਰਖਾ ਨਾਲ ਧਰਤੀ ਅਟੀ ਗਈ। ਇੰਜ ਰੱਖੀ ਦੇ ਦਿਨ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਹਫ਼ਤੇ ਗੁਜ਼ਰ ਰਹੇ ਸਨ, ਇੰਜ ਰੱਖੀ ਦੇ ਮਹੀਨੇ ਗੁਜ਼ਰ ਰਹੇ ਸਨ, ਜਦੋਂ ਇੱਕ ਦਿਨ ਗਲੀ ਵਿੱਚੋਂ ਲੰਘਦਿਆਂ ਉਹਨੂੰ ਪਿੱਛੋਂ ਆਵਾਜ਼ ਆਈ, ਨੀ ਰੱਖੀਏ। ਅਤੇ ਅਗਲੀ ਘੜੀ ਉਸ ਦਾ ਭਰਾ ਉਸ ਦੇ ਗਲ ਨਾਲ ਲੱਗਿਆ ਹੋਇਆ ਸੀ। ਕਿੰਨਾ ਚਿਰ ਦੋਵੇਂ ਸੁਬਕਦੇ ਰਹੇ। ਰੱਖੀ ਡਾਢਾ ਉੱਚਾ ਉੱਚਾ ਰੋਈ। ਉਹਨੂੰ ਇਹ ਵੀ ਭੁੱਲ ਗਿਆ ਕਿ ਨਾਲ ਇੱਕ ਓਪਰਾ ਆਦਮੀ ਜੋ ਸਿਪਾਹੀ ਜਿਹਾ ਲੱਗਦਾ ਸੀ ਖਲੋਤਾ, ਜਿਸ ਤਰ੍ਹਾਂ ਉਹਨਾਂ ਦੀ ਇੰਤਜ਼ਾਰ ਕਰ ਰਿਹਾ ਹੋਵੇ। ਅਖੀਰ ਜਦੋਂ ਉਹਨਾਂ ਦਾ ਵਿਰਾਗ ਲੱਥਾ, ਉਹਦੇ ਭਰਾ ਨੇ ਸਿਪਾਹੀ ਵੱਲ ਇਸ਼ਾਰਾ ਕਰਕੇ ਕਿਹਾ, ਇਹਨੂੰ ਲੈ ਚੱਲੋ, ਮੇਰੀ ਭੈਣ ਲੱਭ ਪਈ ਏ। ਪਰ ਕਿੱਥੇ? ਰੱਖੀ ਨੇ ਇੱਕ ਝਾਤ ਬਾਅਦ, ਜਿਸ ਤਰ੍ਹਾਂ ਉਹ ਸੁੱਤੀ ਹੋਈ ਜਾਗੀ ਹੋਵੇ, ਘਬਰਾ ਕੇ ਪੁੱਛਿਆ। ਦੂਰ ਦੂਰ ਕਿਸੇ ਦੂਰ ਦੇਸ਼ ਵਿੱਚ ਜਾਣ ਲਈ ਰੱਖੀ ਤਿਆਰ ਨਹੀਂ ਸੀ। ਕੀ ਪਤਾ ਉੱਥੇ ਇਸ ਪਿੰਡ ਵਰਗੀਆਂ ਘਣੀਆਂ ਠੰਡੀਆਂ ਛਾਵਾਂ ਹੋਣ ਨਾ ਹੋਣ। ਕੀ ਪਤਾ ਉੱਥੇ ਇਸ ਪਿੰਡ ਵਰਗੇ ਕਾਗ ਹੋਣ ਨਾ ਹੋਣ ਜੋ ਬਨੇਰਿਆਂ 'ਤੇ ਆ ਕੇ ਬਹਿ ਜਾਂਦੇ ਅਤੇ ਫਿਰ ਪਤਾ ਨਹੀਂ ਦਿਲ ਨੂੰ ਕੀ ਕੀ ਹੋਣ ਲੱਗ ਜਾਂਦਾ। ਉਸ ਸ਼ਾਮੀ ਜਦੋਂ ਉਹ ਬਾਹਰ ਗਈ, ਉਸ ਟਿੱਬੇ ਨੂੰ ਜਿਸ ਤਰ੍ਹਾਂ ਉਸ ਕਲਾਵੇ ਵਿੱਚ ਲੈ ਲਿਆ। ਮੈਂ ਨਹੀਂ ਜਾਵਾਂਗੀ, ਮੈਂ ਕਦੇ ਨਹੀਂ ਜਾਵਾਂਗੀ। ਜਿਸ ਟਿੱਬੇ 'ਤੇ ਖਲੋ ਕੇ ਉਹ ਸ਼ੇਰਬਾਜ਼ ਨੂੰ ਖੇਤਾਂ ਵਿੱਚ ਕੰਮ ਕਰਦਾ ਵੇਂਦੀ ਹੁੰਦੀ ਸੀ। ਮੈਂ ਨਹੀਂ ਜਾਵਾਂਗੀ। ਦਾਖ ਦੀ ਲਮਕਦੀ ਵੇਲ ਨੂੰ ਉਸ ਪੋਲੇ ਜਿਹੇ ਟੋਹ ਕੇ ਕਿਹਾ, ਮੈਂ ਕਦੇ ਨਹੀਂ ਜਾਵਾਂਗੀ।
ਉਸਨੇ ਵੱਛੇ ਦੀਆਂ ਅੱਖਾਂ ਨਾਲ ਅੱਖਾਂ ਮੇਲ ਉਸ ਦੀ ਥੂਥਣੀ ਨੂੰ ਚੁੰਮ ਲਿਆ। ਆਪਣੇ ਸੁਫੇ ਦੇ ਛੱਤ ਹੇਠ ਜਾ ਕੇ ਉਸਨੇ ਜ਼ੋਰ ਦਾ ਕਿਹਾ, ਮੈਂ ਹਮੇਸ਼ਾ ਇੱਥੇ ਰਵਾਂਗੀ। ਆਪਣੀ ਚੁੱਲ੍ਹ ਕੋਲ ਬੈਠ ਕੇ ਉਹਦਾ ਗੱਚ ਨਾ ਖਲੋਂਦਾ। ਮੇਰਾ ਆਪਣਾ ਇਹ ਚੌਂਕਾ ਏ, ਉਹ ਚੀਕ ਉੱਠੀ। ਉਸ ਰਾਤ ਪੁਰੇ ਦੀ ਠੰਡੀ ਹਵਾ ਰੁਮਕ ਰਹੀ ਸੀ। ਰੱਖੀ ਨੇ ਤਾਰਿਆਂ ਨਾਲ ਇਕਰਾਰ ਕੀਤੇ, ਚੰਨ ਦੇ ਤਰਲੇ ਲਏ, ਉੱਠ ਉੱਠ ਬਨੇਰਿਆਂ 'ਤੇ ਬਹਿ ਕੇ ਸੋਚਦੀ, ਉਸ ਪੀਰਾਂ ਦੀਆਂ ਮੰਨਤਾਂ ਮੰਨੀਆਂ, ਮੂਰਤੀਆਂ ਨੂੰ ਮਨਾਉਣ ਦਾ ਪ੍ਰਣ ਕੀਤਾ। ਸਾਹਮਣੇ ਉਹ ਦਰੁੱਗ ਸੀ ਜਿੱਥੇ ਪਿਛਲੀ ਵਾਰ ਰੱਖੀ ਜਾ ਪਈ ਸੀ ਅਤੇ ਉਹਨੂੰ ਕਿਸੇ ਨਹੀਂ ਸੀ ਵੇਖਿਆ, ਪਰ ਹੁਣ ਤਾਂ ਉਹ ਕਿੰਨੀ ਹੋਰ ਦੀ ਹੋਰ ਹੋ ਗਈ ਸੀ। ਹੁਣ ਉਹ ਕਿਸ ਤਰ੍ਹਾਂ ਛਾਲ ਮਾਰ ਸਕਦੀ ਸੀ? ਉਹ ਸਿਪ ਜਿਸ ਵਿੱਚ ਕੋਈ ਮੋਤੀ ਹੋਵੇ ਕਦੀ ਉਛਲਿਆ ਨਹੀਂ ਕਰਦੀ। ਵੇ ਸ਼ੇਰਬਾਜ਼ਾ, ਹੁਣ ਤੇਰੀ ਛਵੀ ਨੂੰ ਕੀ ਹੋ ਗਿਆ ਏ? ਰੱਖੀ ਉਹਨੂੰ ਮੁੜ ਮੁੜ ਕਹਿੰਦੀ ਤੇ ਸ਼ੇਰਬਾਜ਼ ਐਲ ਪਲੰਗ 'ਤੇ ਪਿਆ ਹੋਇਆ ਸੀ। ਜਦੋਂ ਦਾ ਨੰਬਰਦਾਰ ਦੇ ਘਰੋਂ ਸ਼ਾਮੀ ਉਹ ਮੁੜਿਆ, ਉਹਨੇ ਇੱਕ ਲਫ਼ਜ਼ ਨਾ ਕੋਇਆ, ਨਾ ਉਹਨੇ ਕੁਝ ਖਾਧਾ ਨਾ ਪੀਤਾ। ਵੇ ਸ਼ੇਰਬਾਜ਼ਾ, ਮੈਂ ਤੇਰੇ ਤੋਂ ਲੱਖ ਵੀਰਵਾਰ ਸੁੱਟਾਂਗੀ। ਸ਼ੇਰਬਾਜ਼ ਤਾਂ ਵੀ ਚੁੱਪ ਸੀ। ਉਹਦੇ ਭਖਰੇ ਚਿਹਰੇ, ਉਹਦੀਆਂ ਲਾਲ ਹੋ ਰਹੀਆਂ ਅੱਖੀਆਂ, ਉਸ ਦੇ ਵਿੱਚ ਜਿਸ ਤਰ੍ਹਾਂ ਅੱਥਰੂ ਜੰਮੇ ਹੋਏ ਸਨ। ਵੇ ਮੇਰਿਆ ਬਾਜ਼ ਸ਼ੇਰ, ਆ ਕਿਤੇ ਟੁਰ ਚੱਲੀਏ, ਆਖਰ ਝੁੰਝਲਾ ਕੇ ਰੱਖੀ ਨੇ ਕਿਹਾ। ਸ਼ੇਰਬਾਜ਼ ਦੇ ਬਿਸਤਰੇ ਤੋਂ ਜਿਵੇਂ ਸੇਕ ਆ ਰਿਹਾ ਹੋਵੇ। ਉਹ ਚੁੱਪ ਸੀ, ਅਹਿਲ ਸੀ, ਬੇਸੁੱਧ ਪਿਆ ਸੀ ਅਤੇ ਉਹ ਬੋਲਦਾ ਵੀ ਕਿੰਜ। ਨੰਬਰਦਾਰ ਨੇ ਉਹਨੂੰ ਸਭ ਕੁਝ ਦੱਸ ਦਿੱਤਾ ਸੀ। ਰੱਖੀ ਹਿੰਦੂ ਕੁੜੀ ਸੀ ਜਿਹਨੂੰ ਜ਼ਰੂਰ ਹਿੰਦੁਸਤਾਨ ਵਿੱਚ ਭੇਜਿਆ ਜਾਣਾ ਸੀ। 15 ਅਗਸਤ ਤੋਂ ਜਿੰਨੇ ਕਲਮੇ ਪੜ੍ਹੇ ਗਏ ਸਨ, ਉਹਨਾਂ ਨਾਲ ਕੋਈ ਮੁਸਲਮਾਨ ਨਹੀਂ ਸੀ ਬਣ ਸਕਿਆ। ਇਹ ਗੱਲ ਆਪਣੀ ਮੁਸਲਮਾਨ ਸਰਕਾਰ ਆਪ ਕਹਿ ਰਹੀ ਸੀ ਅਤੇ ਫਿਰ ਇੱਧਰੋਂ ਹਰ ਹਿੰਦੂ ਕੁੜੀ ਨੂੰ ਭੇਜ ਕੇ ਉੱਧਰੋਂ ਮੁਸਲਮਾਨ ਕੁੜੀ ਆਉਣੀ ਸੀ। ਰੱਖੀ ਜਿਹੜੀ ਹਿੰਦੂ ਜੰਮੀ ਸੀ, ਉਹਦੇ ਬਦਲੇ ਇੱਕ ਇਸਲਾਮ ਵਿੱਚ ਪੈਦਾ ਹੋਈ ਕੁੜੀ ਨੇ ਇੱਧਰ ਆਉਣਾ ਸੀ। ਪਾਕਿਸਤਾਨ ਲਈ ਹਰ ਕੁਰਬਾਨੀ ਦੀ ਲੋੜ ਸੀ ਅਤੇ ਸ਼ੇਰਬਾਜ਼ ਅਹਿਲ ਬੇਸੁੱਧ ਪਿਆ ਸੀ। ਅਗਲੇ ਰੋਜ਼ ਮਸਾਂ ਅਜੇ ਦਿਨ ਹੀ ਨਿਕਲਿਆ ਸੀ ਕਿ ਫੌਜੀ ਲਾਰੀ ਉਹਨਾਂ ਦੇ ਵਿਹੜੇ 'ਚ ਆ ਖਲੋਤੀ। ਲੰਮੀਆਂ ਲੰਮੀਆਂ ਬੰਦੂਕਾਂ ਲਈ ਸਿਪਾਹੀਆਂ ਨੂੰ ਵੇਖ ਕੇ ਰੱਖੀ ਕੁਰਲਾ ਉੱਠੀ। ਮੈਂ ਨਹੀਂ ਜਾਣਾ, ਮੈਂ ਕਦੇ ਨਹੀਂ ਜਾਣਾ। ਕੀ ਹੋਇਆ ਜੇ ਇਹਦਾ ਨਾਂ ਵਟ ਗਿਆ ਏ? ਇਹ ਮੇਰਾ ਆਪਣਾ ਦੇਸ਼ ਹੈ, ਇਹ ਪੱਥਰ ਮੇਰੇ ਆਪਣੇ ਨੇ, ਇਹ ਗੀਟੇ ਮੇਰੇ ਆਪਣੇ ਨੇ। ਅਜੇ ਤੇ ਇਸ ਤਰੇਕ ਨੇ ਵੱਡਾ ਹੋਣਾ ਏ ਜਿਹਨੂੰ ਮੈਂ ਪਾਣੀ ਦੇ ਦੇ ਭਾਲਦੀ ਰਹੀ। ਅਤੇ ਉਹਦੀਆਂ ਅੱਖਾਂ ਵਿੱਚ ਅੱਥਰੂ ਨਾ ਠੱਲੇ ਜਾਂਦੇ। ਵੇ ਸ਼ੇਰਬਾਜ਼ਾ, ਤੂੰ ਬੋਲਦਾ ਕਿਉਂ ਨਹੀਂ? ਤੂੰ ਕੂੰਦਾ ਕਿਉਂ ਨਹੀਂ? ਮੈਂ ਤੇਰੀ ਇਮਾਰਤ ਨਾਲ ਕੀ ਕਰਾਂਗੀ? ਅਤੇ ਰੱਖੀ ਬੇਹੋਸ਼ ਹੋ ਗਈ। ਜਿੰਨਾ ਚਿਰ ਸ਼ੇਰਬਾਜ਼ ਅਤੇ ਰੱਖੀ ਅੰਦਰ ਸੁਫੇ ਵਿੱਚ ਰਹੇ, ਸਿਪਾਹੀਆਂ ਨੇ ਫਿਰ ਸੋਚਿਆ। ਪੰਚਾਂ ਨੇ ਆਪਣੇ ਦਿਮਾਗ ਲੜਾਏ, ਨੰਬਰਦਾਰ ਦੀ ਰਾਏ ਲਿੱਤੀ ਗਈ, ਪਰ ਆਪਣੀ ਕੌਮੀ ਸਰਕਾਰ ਦਾ ਹੁਕਮ ਸਾਫ਼ ਸੀ। ਪਾਕਿਸਤਾਨ ਨੇ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਬਣ ਜਾਣਾ ਸੀ, ਇਹਨਾਂ ਮਾਮੂਲੀ ਗੱਲਾਂ ਕਰਕੇ ਰੁੜ ਜਾਣਾ ਸੀ। ਪਾਕਿਸਤਾਨ ਅਜੇ ਬੱਚਾ ਸੀ ਜਿਹਨੂੰ ਹਰ ਕਿਸੇ ਨੇ ਲੜਿਆਣਾ ਸੀ, ਜਿਸ ਦੀਆਂ ਗਲਤ ਗੱਲਾਂ ਨੂੰ ਵੀ ਮੰਨਣਾ ਸੀ। ਲਾਰੀ ਵਿਹੜੇ ਵਿੱਚ ਖਲੋਤੀ ਰਹੀ। ਜਾ ਵੀ ਕਿੰਝ ਸਕਦੀ ਸੀ। ਅਖੀਰ ਕੋਈ 1 ਘੰਟੇ ਬਾਅਦ ਸੁਫੇ ਦੇ ਭਿੱਤ ਖੁੱਲ੍ਹੇ। ਪਹਿਲੇ ਰੱਖੀ ਨਿਕਲੀ, ਪਿੱਛੇ ਸ਼ੇਰਬਾਜ਼ ਸੀ। ਰੱਖੀ ਨੇ ਲਾਲ ਰੇਸ਼ਮੀ ਜੋੜਾ ਪਾਇਆ ਹੋਇਆ ਸੀ। ਉਹਦੇ ਸਿਰ 'ਤੇ ਗੋਟਿਆਂ ਕਿਨਾਰਿਆਂ ਵਾਲੀ ਝਿੱਲੀ ਸੀ ਜਿਹੜੀ ਉਸ ਤੋਂ ਸਾਂਭ ਨਹੀਂ ਸੀ ਜਾਂਦੀ। ਉਹਦੇ ਮੱਥੇ 'ਤੇ, ਉਹਦੇ ਕੰਨਾਂ ਵਿੱਚ, ਉਹਦੇ ਨੱਕ ਵਿੱਚ, ਬਾਹਾਂ ਦੇ ਗਲੇ ਵਿੱਚ, ਪੈਰਾਂ 'ਤੇ ਕੋਈ ਥਾਂ ਖਾਲੀ ਨਹੀਂ ਸੀ ਜਿੱਥੇ ਕੋਈ ਗਹਿਣਾ ਨਾ ਹੋਏ, ਜਿਸ ਤਰ੍ਹਾਂ ਸੋਨੇ ਨਾਲ ਲੱਦੀ ਹੋਈ ਹੋਵੇ। ਸ਼ੇਰਬਾਜ਼ ਦੀ ਦਾਦੀ ਦੇ ਅਤੇ ਉਹ ਤੋਂ ਪਹਿਲੇ ਦੇ ਰੱਖੇ ਰਖਾਏ ਸਾਰੇ ਜ਼ੇਵਰ ਉਹਨੇ ਰੱਖੀ ਨੂੰ ਪਵਾਏ। ਝਮ ਝਮ ਕਰਦੀ ਉਹ ਲਾਰੇ ਵਿੱਚ ਆ ਬੈਠੀ। ਸਾਰੇ ਦੇ ਸਾਰੇ ਲੋਕ ਹੈਰਾਨ ਸਨ। ਸ਼ੇਰਬਾਜ਼ ਫਿਰ ਅੰਦਰ ਗਿਆ। ਉਹਨੇ ਉਹਦਾ ਰੰਗਲਾ ਪੀੜਾ ਲਿਆ ਕੇ ਲਾਰੀ ਵਿੱਚ ਰੱਖਿਆ। ਫਿਰ ਉਹਦਾ ਸ਼ੀਸ਼ਿਆਂ ਵਾਲਾ ਪਲੰਗ ਰਖਵਾਇਆ। ਫਿਰ
ਟਰੰਕ ਰਖਵਾਏ ਜਿਹੜੇ ਰੱਖੀ ਲਈ ਫੁਲਕਾਰੀਆਂ ਤੇ ਕੱਪੜਿਆਂ ਦੇ ਭਰੇ ਹੋਏ ਸਨ। ਅਖੀਰਲੀ ਵਾਰ ਸ਼ੇਰਬਾਜ਼ ਅੰਦਰ ਗਿਆ ਤੇ ਰੱਖੀ ਨੂੰ ਆ ਕੇ ਇੱਕ ਪੱਖੀ ਤੇ ਇੱਕ ਛੰਨਾ ਫੜਾਇਆ। ਛੰਨੇ ਉੱਤੇ ਚਿਤਰਿਆ ਹੋਇਆ ਸੀ ਸ਼ੇਰਬਾਜ਼ ਖਾਨ ਤੇ ਪੱਖੀ ਤੇ ਰੱਖੀ ਨੇ ਆਪ ਸੂਹੇ ਸਾਵੇ ਧਾਗਿਆਂ ਨਾਲ ਕੱਢਿਆ ਸੀ, ਪਾਕਿਸਤਾਨ ਹਮਾਰਾ ਹੈ। ਧੰਨਵਾਦ। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਕਹਾਣੀ ਪਸੰਦ ਕੀਤੀ ਹੋਵੇਗੀ।